सत श्री अकाल दर्शकों, मैं अमृता मदान तुहाडा सारिਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਕੈਰੀਅਰ ਗਾਈਡੈਂਸ ਦੇ ਇਸ ਖਾਸ ਸ਼ੋਅ ਵਿੱਚ। ਇੱਕ ਵਾਰ ਫਿਰ ਤੋਂ ਸਾਡੇ ਨਾਲ ਮੌਜੂਦ ਨੇ ਪਿਰਾਮਿਡ ਈ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਭਵਨੂਰ ਸਿੰਘ ਬੇਦੀ। ਭਵਨੂਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਵਿੱਚ। ਧੰਨਵਾਦ ਸੱਦਾ ਦੇਣ ਲਈ ਇੱਕ ਵਾਰੀ ਫਿਰ ਤੋਂ ਇਸ ਮੰਚ ਤੇ, ਔਰ ਸਾਡੇ ਨਾਲ ਜੁੜੇ ਸਾਡੇ ਸਾਰੇ ਪਿਆਰੇ ਬੱਚਿਆਂ ਦਾ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਮੇਰੇ ਯਾਨੀ ਭਵਨੂਰ ਸਿੰਘ ਬੇਦੀ ਵੱਲੋਂ ਪਿਆਰ ਭਰਾ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਸਿਹਤਮੰਦ ਹੋਵੋਗੇ, ਆਪਣਾ ਧਿਆਨ ਰੱਖ ਰਹੇ ਹੋਵੋਗੇ। कोविड-19 ਦਾ ਕਹਿਰ ਹਜੇ ਖਤਮ ਨਹੀਂ ਹੋਇਆ, ਸੋ ਜਿਹੜੇ ਵੀ ਡਿਸਟੈਂਸਿੰਗ ਗਾਈਡਲਾਈਨਸ, ਮਾਸਕ ਪਾਣਾ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਤੁਸੀਂ ਜ਼ਰੂਰ ਰੱਖ ਰਹੇ ਹੋਵੋਗੇ, ਕਿਉਂਕਿ ਸਾਡੀ ਔਰ ਆਪਣੇ ਪਰਿਵਾਰ ਦੀ ਜਿਹੜੀ ਸੇਫਟੀ ਹੈ ਔਰ ਉਹਨਾਂ ਦੀ ਜਿਹੜੀ ਸਿਹਤ ਹੈ, ਉਹਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ। ਸੋ ਆਈ ਵਿਸ਼ ਯੂ ਸੇਫਟੀ ਐਂਡ ਗੁੱਡ ਹੈਲਥ। ਸੋ recently we got very good news कि visa application centers for Canada are opening up again. So after almost 8 ਮਹੀਨਿਆਂ ਬਾਅਦ ਇਹ ਖਬਰ ਮਿਲੀ। ਮਾਰਚ 22 ਤੋਂ ਬਾਅਦ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ ਗਏ ਸੀ ਤੇ 19 ਨਵੰਬਰ ਵਿੱਚ ਜਾ ਕੇ ਹੁਣ ਖਬਰ ਮਿਲੀ ਹੈ ਕਿ ਵੀਜ਼ਾ ਐਪਲੀਕੇਸ਼ਨ ਸੈਂਟਰਸ ਖੁੱਲ ਗਏ ਹੈ। ਬਟ ਕੈਨੇਡਾ ਐਜ਼ ਅ ਗਵਰਨਮੈਂਟ, ਇਮੀਗ੍ਰੇਸ਼ਨ ਕੈਨੇਡਾ ਐਜ਼ ਅ ਬੋਡੀ, ਇਹਨਾਂ ਨੇ ਸਟੂਡੈਂਟਸ ਨੂੰ ਹਰ ਇੱਕ ਪਲ ਤੇ ਬੂਸਟ ਕਰਨ ਲਈ, ਉਹਨਾਂ ਦਾ ਮੋਰਾਲ ਅਪ ਰੱਖਣ ਲਈ ਛੋਟੇ ਜਿਹੜੇ ਬੈਨੀਫਿਟਸ ਹਮੇਸ਼ਾ ਦਿੰਦੇ ਰਹੇ ਹੈ। ਜਿਵੇਂ ਕਿ ਪਹਿਲੇ ਦੱਸਤਾ ਕਿ PGWP ਦੀ ਐਲੀਜੀਬਿਲਿਟੀ ਬਣੂਗੀ ਜੇ ਇੰਡੀਆ ਵਿੱਚ ਬੱਚਾ ਬੈਠ ਕੇ ਪੜ੍ਹ ਰਿਹਾ ਹੈ। ਉਸ ਤੋਂ ਬਾਅਦ ਅਗਰ 1 ਸਾਲ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ ਤਾਂ ਵੀ ਬੱਚਾ PGWP ਲਈ ਅਪਲਾਈ ਕਰਕੇ ਕੈਨੇਡਾ ਜਾ ਸਕਦਾ ਹੈ। 1 ਸਾਲ ਦੀ ਪੜ੍ਹਾਈ ਜੇ ਇੰਡੀਆ ਪੂਰੀ ਕਰ ਵੀ ਲੈਂਦਾ ਹੈ ਤੇ ਦੂਜੇ ਸਾਲ ਦਾ ਨਵਾਂ ਕੋਰਸ ਕਰਕੇ ਜੇ ਜਾਂਦਾ ਵੀ ਹੈ ਤਾਂ ਵੀ 3 ਸਾਲ ਦਾ ਵਰਕ ਵੀਜ਼ਾ ਮਿਲ ਸਕਦਾ ਹੈ। ਸੋ ਇੱਦਾਂ ਦੇ ਇਮੀਗ੍ਰੇਸ਼ਨ ਸਟੈਂਡ ਪੁਆਇੰਟ ਨਾਲ, ਸਟੂਡੈਂਟ ਸਟੈਂਡ ਪੁਆਇੰਟ ਨਾਲ ਬਹੁਤ ਸਾਰੇ ਉਪਰਾਲੇ ਇਮੀਗ੍ਰੇਸ਼ਨ ਕੈਨੇਡਾ ਵੱਲੋਂ ਕੀਤੇ ਗਏ, ਜੋ ਕਿ ਬੱਚਿਆਂ ਲਈ ਇੱਦਾਂ ਦੇ ਡਿਫਿਕਲਟ ਟਾਈਮਸ ਵਿੱਚ, ਅਨਪ੍ਰੈਸੀਡੈਂਟਡ, ਅਨਫੋਰਸੀਨ ਡਿਫਿਕਲਟ ਟਾਈਮਸ ਵਿੱਚ ਬੱਚਿਆਂ ਲਈ ਬਹੁਤ ਹੀ ਮਦਦਗਾਰ ਸਾਬਤ ਹੋਏ। ਹੁਣ ਜਿਹੜੀ ਪ੍ਰੋਬਲਮ ਚੱਲ ਰਹੀ ਸੀ, ਜੋ ਕਿ ਆਪਾਂ ਵੀ ਕਾਲਜ ਯੂਨੀਵਰਸਿਟੀਜ਼ ਨਾਲ, ਕਾਲਜ ਯੂਨੀਵਰਸਿਟੀ CI CAN ਕਰਕੇ, ਯੂਨੀਵਰਸਿਟੀਆਂ ਕਾਲਜਾਂ ਦੀ ਇੱਕ ਬਾਡੀ ਹੈ ਜਿਹਨੂੰ CI CAN ਕਹਿੰਦੇ ਹੈ, ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ। ਬੜੇ ਵੱਡੇ ਲੈਵਲ ਤੇ ਰਿਪਰੈਜ਼ੈਂਟੇਸ਼ਨਸ ਪੈ ਰਹੀਆਂ ਸੀਗੀਆਂ, ਡਿਸਕਸ਼ਨਸ ਚੱਲਦੀਆਂ ਪਈਆਂ ਸੀਗੀਆਂ ਕਿ ਜਿਨ੍ਹਾਂ ਬੱਚਿਆਂ ਦੇ ਹੁਣ AIP ਲੱਗੇ ਹੋਏ ਹੈ ਉਹਨਾਂ ਦੇ ਨਾਲ ਆਪਾਂ ਕਿੱਦਾਂ ਮਿਲ ਜੁਲ ਕੇ ਉਹਨਾਂ ਨੂੰ ਕੈਨੇਡਾ ਲੈ ਕੇ ਆਈਏ। ਤੇ ਜਿਨ੍ਹਾਂ ਦੇ ਤਾਂ ਬਾਇਓਮੈਟ੍ਰਿਕ ਹੋਏ ਸੀ ਉਹਨਾਂ ਲਈ ਤਾਂ ਇਹਨਾਂ ਨੇ 2 ਸਟੇਜ ਕੋਰੀਅਰ ਪ੍ਰੋਸੈਸ ਸ਼ੁਰੂ ਕਰ ਦਿੱਤਾ ਕਿ ਜਿਨ੍ਹਾਂ ਦੇ ਬਾਇਓਮੈਟ੍ਰਿਕ ਹੋਏ ਹੈ ਉਹ ਬੱਚੇ ਆਪਣਾ ਪਾਸਪੋਰਟ, ਜੇ ਉਹਨਾਂ ਨੂੰ ਪਾਸਪੋਰਟ ਦੀ ਰਿਕੁਐਸਟ ਆਂਦੀ ਹੈ, ਵੀਜ਼ਾ ਦੀ ਅਪਰੂਵਲ ਆਂਦੀ ਹੈ, ਤੇ ਉਹ 2 ਸਟੇਜ ਕੋਰੀਅਰ ਸਰਵਿਸ ਦਾ ਫਾਇਦਾ ਲੈ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਹੈ ਔਰ ਕੈਨੇਡਾ ਜਾ ਸਕਦੇ ਹੈ। ਫਿਰ ਉਸ ਤੋਂ ਬਾਅਦ ਪ੍ਰੋਬਲਮ ਇਹ ਆਈ, ਉਹ ਬੱਚੇ ਕੀ ਕਰਨ ਜਿਨ੍ਹਾਂ ਦਾ ਮਈ ਦਾ AIP ਆਇਆ ਔਰ ਫਿੰਗਰ ਪ੍ਰਿੰਟ ਵੀ ਨਹੀਂ ਹੋਏ, ਮਤਲਬ ਬਾਇਓਮੈਟ੍ਰਿਕ ਵੀ ਨਹੀਂ ਹੋਏ, ਉਹ ਵਾਲੇ ਬੱਚੇ ਕੀ ਕਰਨ? ਉਹਦੀ ਖੁਸ਼ਖਬਰੀ ਵੀ ਇਹਨਾਂ ਨੇ ਦੇ ਦਿੱਤੀ ਕਿ ਹੁਣ ਉਹ ਵੀ ਬੱਚੇ ਆਪਣੇ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਲੈ ਕੇ ਔਰ ਆਪਣਾ ਪਾਸਪੋਰਟ ਸਬਮਿਟ ਕਰਕੇ ਕੈਨੇਡਾ ਜਾ ਸਕਦੇ ਆ। ਹੁਣ ਇਹਦੇ ਅਰਾਊਂਡ ਬਹੁਤ ਸਾਰੇ ਬੱਚਿਆਂ ਦੇ ਕੁਐਸਚਨਸ ਸਾਨੂੰ ਫੇਸਬੁੱਕ ਤੇ, ਕਾਲ ਤੇ, ਮਤਲਬ ਪਿਛਲੇ 2-3 ਦਿਨ ਤੋਂ ਹਰ ਰੋਜ਼ ਆਪਾਂ ਬੱਚਿਆਂ ਦੇ ਇਹੀ ਕੁਐਸਚਨਸ ਦੇ ਜਵਾਬ ਦੇ ਰਹੇ ਹਾਂ, ਕਿਉਂਕਿ ਇਹਦੇ ਅਰਾਊਂਡ ਥੋੜੀ ਜੀ ਐਂਬੀਗੁਇਟੀ ਸੀਗੀ, ਥੋੜੀ ਜੀ ਕਨਫਿਊਜ਼ਨ ਬੱਚਿਆਂ ਨੂੰ ਸੀਗੀ, ਜੋ ਕਿ ਕਲੀਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ। ਤਾਂ ਹੀ ਆਪਾਂ ਅੱਜ ਇਸ ਮੰਚ ਤੇ ਆਏ। ਸਾਨੂੰ ਇਹਨਾਂ ਨੇ ਅਪਰੋਚ ਕੀਤਾ ਕਿ ਬੱਚੇ ਬਹੁਤ ਕਨਫਿਊਜ਼ ਹੈ ਤੇ ਆ ਕੇ ਥੋੜਾ ਜਿਹਾ ਇਹ ਬਾਰੇ ਸਾਂਝਾ ਕੀਤਾ ਜਾਵੇ। ਦੈਟਸ ਵਾਈ ਵੀ ਕੇਮ ਔਨ ਦਿਸ ਪਲੇਟਫਾਰਮ। ਸੋ ਇਹਦੇ ਅਰਾਊਂਡ I would like to read few updates that we have received from IRCC। ਜਿਹੜੇ ਅਪਡੇਟਸ IRCC ਵੱਲੋਂ ਰੀਸੈਂਟਲੀ ਆਏ ਹੈ ਰਿਲੇਟਡ ਟੂ ਵੀਜ਼ਾ ਐਪਲੀਕੇਸ਼ਨ ਸੈਂਟਰਸ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ ਔਰ ਉਹਦੀ ਇੰਟਰਪ੍ਰੀਟੇਸ਼ਨ ਵੀ ਮੈਂ ਨਾਲ ਦੀ ਨਾਲ ਕਰਦਾ ਰਹਾਂਗਾ। ਸੋ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ, ਜਨਵਰੀ ਇਨਟੇਕ ਲਈ, ਮਈ ਇਨਟੇਕ ਲਈ, ਸਪਟੈਂਬਰ 2021 ਇਨਟੇਕ ਲਈ, ਤੇ ਇਹ ਜਿਹੜੀ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਿਹਾ, ਜਾਂ ਜੇ ਤੁਹਾਡਾ AIP ਆ ਚੁੱਕਾ ਹੈ, ਪਿਰਾਮਿਡ ਤੋਂ ਜੇ ਆ ਚੁੱਕਾ ਹੈ, ਫਿਰ ਤਾਂ ਪਿਰਾਮਿਡ ਨਾਲ ਕੰਟੈਕਟ ਕਰਕੇ ਫਟਾਫਟ ਆਪਣਾ ਤੁਸੀਂ ਕੰਮ ਕਰਵਾ ਸਕਦੇ ਹੋ। ਜੇ ਕਿਸੇ ਬਾਹਰੋਂ ਕੰਸਲਟੈਂਟ ਤੋਂ ਵੀ ਆਇਆ ਹੈ ਔਰ ਅਗਰ ਉਹ ਤਜਰਬੇਕਾਰ ਨਹੀਂ ਹੈ ਤਾਂ ਵੀ ਤੁਸੀਂ ਪਿਰਾਮਿਡ ਦੀ ਮਦਦ ਲੈ ਸਕਦੇ ਹੋ ਫ੍ਰੀ ਆਫ ਕਾਸਟ। ਸਾਡਾ ਕੋਈ ਵੀ ਤੁਹਾਡੇ ਲਈ ਇਸ ਮਦਦ ਦੇਣ ਲਈ ਕੋਈ ਵੀ ਆਪਾਂ ਤੁਹਾਡੇ ਤੋਂ ਫੀਸ ਚਾਰਜ ਨਹੀਂ ਕਰਾਂਗੇ। ਸੋ ਯੂ ਕੈਨ ਆਲਵੇਜ਼ ਸੀਕ ਫॉर ਹੈਲਪ, ਕਿਉਂਕਿ ਆਪਾਂ ਇੱਥੇ ਆਪਣੇ ਬੱਚਿਆਂ ਨੂੰ ਫੈਸਿਲੀਟੇਟ ਕਰਨ ਲਈ ਬੈਠੇ ਹਾਂ। ਪਿਰਾਮਿਡ ਇੱਕ ਸਿਰਫ ਕੰਸਲਟੈਂਟ ਏਜੰਟ ਹੀ ਨਹੀਂ ਹੈ, ਵੀ ਆਰ ਫੈਸਿਲੀਟੇਟਰਸ, ਵੀ ਆਰ ਟਰਾਈਂਗ ਟੂ ਹੈਲਪ ਆਵਰ ਸਟੂਡੈਂਟਸ, ਆਵਰ ਕਮਿਊਨਿਟੀਜ਼, ਤਾਂ ਕਿ ਉਹ ਅੱਗੇ ਜਾ ਕੇ ਅੱਛਾ ਕੰਮ ਅੱਛੀ ਤਰ੍ਹਾਂ ਨਾਲ ਸਫਲ ਹੋ ਸਕਣ। ਸੋ ਹੁਣ ਜਿਹੜੀ ਨਵੀਂ ਨੋਟੀਫਿਕੇਸ਼ਨ ਆਈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 20 ਨਵੰਬਰ ਤੋਂ ਇਫੈਕਟਿਵ 20th of November
Canada visa applicants can be schedule limited appointment for biometric enrollments at visa application centers in 6 different cities. केड़ी cities है? दिल्ली, जलंधर, चंडीगढ़, मुंबई, अहमदाबाद, बेंगलुरु। सो 6 ਵੱਖਰੇ VFS ਸੈਂਟਰਾਂ ਦੇ ਵਿੱਚ ਜਾ ਕੇ ਬੱਚੇ ਆਪਣੀ ਅਪਾਇੰਟਮੈਂਟਸ ਬੁੱਕ ਕਰ ਸਕਦੇ ਆ। 25 ਨਵੰਬਰ ਤੋਂ ਜਿਨ੍ਹਾਂ ਬੱਚਿਆਂ ਨੇ ਆਪਣੀ ਆਨਲਾਈਨ ਫਾਈਲ ਲਗਾਈ ਹੋਈ ਸੀਗੀ ਫੈਮਿਲੀ ਕਲਾਸ ਦੀ, ਉਹਨਾਂ ਨੂੰ ਪ੍ਰਾਇੋਰਟੀ ਮਿਲੂਗੀ, ਜਿਹਦੇ ਵਿੱਚ ਸਪਾਊਸ ਆਉਂਦੇ ਆ, ਪਾਰਟਨਰਸ ਆਉਂਦੇ ਆ, ਚਿਲਡਰਨ ਆਉਂਦੇ ਆ। ਸੋ ਫੈਮਿਲੀ ਕਲਾਸ ਨੂੰ ਪਹਿਲੇ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ, ਉਸ ਤੋਂ ਬਾਅਦ ਦੂਸਰੀ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਸਟੂਡੈਂਟ ਕਲਾਸ ਨੂੰ। ਸੋ ਜਿਨ੍ਹਾਂ ਬੱਚਿਆਂ ਨੇ ਜਿਨ੍ਹਾਂ ਕੈਂਡੀਡੇਟਸ ਨੇ ਆਪਣੀ ਫੈਮਿਲੀ ਕਲਾਸ ਅੰਡਰ ਫਾਈਲ ਲਗਾਈ ਸੀ, ਪ੍ਰਾਇੋਰਟੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। 25 ਨਵੰਬਰ ਤੋਂ ਆਪਣੀ ਉਹ ਅਪਾਇੰਟਮੈਂਟ ਬੁੱਕ ਕਰਕੇ ਅਪਾਇੰਟਮੈਂਟ ਬਾਇਓਮੈਟ੍ਰਿਕ ਦੇ ਸਕਦੇ ਆ। 2 ਦਸੰਬਰ ਤੋਂ ਜਿਹੜੇ ਬੱਚਿਆਂ ਨੇ ਆਪਣੀ ਸਟੂਡੈਂਟ ਵੀਜ਼ਾ ਲਈ ਆਨਲਾਈਨ ਫਾਈਲ ਲਗਾਈ ਹੋਈ ਸੀ, ਉਹ ਵੀ ਆਪਣੀ ਅਪਾਇੰਟਮੈਂਟਸ ਲੈ ਕੇ 2 ਦਸੰਬਰ ਤੋਂ ਆਪਣੀ ਅਪਾਇੰਟਮੈਂਟਸ ਬਾਇਓਮੈਟ੍ਰਿਕਸ ਕਰਵਾ ਸਕਦੇ ਆ। ਸੋ ਇਫੈਕਟਿਵ 2 ਦਸੰਬਰ ਕੈਨੇਡਾ ਵੀਜ਼ਾ ਐਪਲੀਕੈਂਟਸ ਹੂ ਹੈਵ ਸਬਮਿਟਡ ਆਨਲਾਈਨ ਐਪਲੀਕੈਂਟਸ ਫॉर स्टूडेंट कैटेगरी and family class priority category can enroll biometrics at Canada visa application center। So 2 ਦਸੰਬਰ ਤੋਂ स्टूडेंट वीजे वाले अपनी बायोमेट्रिक करवाण जा सकते हैं इफेक्टिव 2 दसंबर। सो कंफ्यूज ना होना, बगैर गलों वीजा एप्लीकेशन सेंटर से जाके भीड़ ना ला लेना। हथ जोड़ बेनती है, कोरोना खत्म नहीं होया। जे तुसी ऐदां दा कोई डिसीजन लवोगे या अननैसेसरी जाके खड़े रहोगे VFS ਦੇ ਬਾਹਰ ਜਾਂ ਐਮਬੈਸੀਆਂ ਦੇ ਬਾਹਰ ਜਾਂ ਬਹੁਤ ਸਾਰੇ ਫੋਨ ਕਰੋਗੇ ਤੇ ਇਹ ਡਿਸੀਜਨ ਵਾਪਸ ਵੀ ਲਿਆ ਜਾ ਸਕਦਾ ਹੈ। ਇਸ ਕਰਕੇ ਜਿੱਦਾਂ ਤੁਹਾਨੂੰ ਇਨਫੋਰਮੇਸ਼ਨ ਆਂਦੀ ਰਹੇਗੀ ਉਦਾਂ ਪ੍ਰੋਸੀਡ ਕਰਨਾ ਹੈ। ਇਸ ਸ਼ੋਅ ਦੇ ਰਾਹੀਂ ਮੈਂ ਤੁਹਾਨੂੰ ਇਹਦੇ ਬਾਰੇ ਹੋਰ ਚਾਨਣਾ ਪਾਉਣ ਦੀ ਕੋਸ਼ਿਸ਼ ਕਰੂੰਗਾ। ਸੋ ਜਿਹੜੇ ਵੀ ਤੁਹਾਡੇ ਫਰੈਂਡਸ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਹੈ, ਫਾਈਲ ਲਾਤੀ ਹੈ, AIP ਆ ਗਿਆ ਹੈ, ਫਾਈਲ ਲਾਣਾ ਚਾਹੁੰਦੇ ਹੈ, ਫੀਸ ਪੇ ਕਰਤੀ ਹੈ, ਉਹਨਾਂ ਨੂੰ ਕਹੋ ਕਿ ਇਹ ਮੰਚ ਤੇ ਇਹ ਚੈਨਲ ਲਗਾਉਣ ਔਰ ਫਟਾਫਟ ਇਸ ਇਨਫੋਰਮੇਸ਼ਨ ਨੂੰ ਸਬਸਕ੍ਰਾਈਬ ਇਨਫੋਰਮੇਸ਼ਨ ਲੈਣ ਤਾਂ ਕਿ ਸਹੀ ਰਸਤੇ ਜਾ ਸਕਣ। ਸੋ 2 ਦਸੰਬਰ ਦੀ ਗੱਲ ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਹੁਣ ਇਹਦੇ ਅਰਾਊਂਡ ਗੱਲਾਂ ਕੀ ਆ ਰਹੀਆਂ ਸੀਗੀਆਂ ਕਿ ਜਿਨ੍ਹਾਂ ਬੱਚਿਆਂ ਦਾ ਆਲਰੇਡੀ AIP ਆਇਆ ਹੋਇਆ ਹੈ ਕਿ ਉਹਨਾਂ ਨੂੰ ਹਜੇ ਵੀ 2 ਸਟੇਜ ਕੋਰੀਅਰ ਦੀ ਵੇਟ ਕਰਨੀ ਪਏਗੀ ਜਾਂ ਜਿਨ੍ਹਾਂ ਦਾ ਆਲਰੇਡੀ ਪਾਸਪੋਰਟ ਰਿਕੁਐਸਟ ਆਈ ਹੋਈ ਸੀਗੀ ਬਟ 2 ਸਟੇਜ ਕੋਰੀਅਰ ਦੀ ਈਮੇਲ ਨਹੀਂ ਆਈ ਹੈ ਕਿ ਉਹਨਾਂ ਬੱਚਿਆਂ ਨੂੰ ਹਜੇ ਵੀ 2 ਸਟੇਜ ਕੋਰੀਅਰ ਦੀ ਈਮੇਲ ਦੀ ਵੇਟ ਕਰਨੀ ਪਏਗੀ ਕਿ VFS ਜਾ ਕੇ ਆਪਣਾ ਪਾਸਪੋਰਟ ਸਬਮਿਟ ਕਰਾਉਣਾ ਪਏਗਾ। ਦੇਖੋ VFS ਵਿੱਚ ਉਹਨਾਂ ਨੇ ਹਜੇ ਬਹੁਤ ਕਲੀਅਰਲੀ ਇੱਕ ਗੱਲ ਕਹੀ ਹੈ ਕਿ ਆਪਾਂ ਹਜੇ ਸਿਰਫ ਬਾਇਓਮੈਟ੍ਰਿਕ ਫੈਸਿਲਿਟੇਟ ਕਰਵਾ ਰਹੇ ਹਾਂ, ਉਹ ਵੀ ਤੁਸੀਂ ਪਾਸਪੋਰਟ ਸਾਡੇ ਕੋਲ ਲੈ ਕੇ ਆਣਾ ਹੈ, ਆਪਾਂ ਤੁਹਾਡੇ ਫਿੰਗਰਪ੍ਰਿੰਟਸ ਕਰਵਾਵਾਂਗੇ, ਬਾਇਓਮੈਟ੍ਰਿਕ ਕਰਵਾਵਾਂਗੇ, ਉਸ ਤੋਂ ਬਾਅਦ ਤੁਹਾਡਾ ਪਾਸਪੋਰਟ ਤੁਹਾਨੂੰ ਵਾਪਸ ਦੇ ਦੇਵਾਂਗੇ। ਜਦੋਂ ਤੁਹਾਨੂੰ ਰਿਕੁਐਸਟ ਆਊਗੀ ਕਿ ਆਪਣਾ ਪਾਸਪੋਰਟ ਸਬਮਿਟ ਕਰਵਾਓ ਉਦੋਂ ਹੀ ਤੁਸੀਂ ਪਾਸਪੋਰਟ ਸਬਮਿਟ ਕਰਵਾਉਣਾ ਹੈ। ਜਾਂ ਤੁਹਾਨੂੰ ਰਿਕੁਐਸਟ ਆਏਗੀ ਕਿ 2 ਸਟੇਜ ਕੋਰੀਅਰ ਸਰਵਿਸ ਲਵੋ ਤੇ ਤੁਸੀਂ ਤਾਂ ਹੀ 2 ਸਟੇਜ ਕੋਰੀਅਰ ਸਰਵਿਸ ਦੀ ਸਰਵਿਸਿਜ਼ ਲੈ ਕੇ ਅੱਗੇ ਫਰਦਰ ਆਪਣਾ ਕੇਸ ਅੱਗੇ ਫਰਦਰ ਪ੍ਰੋਸੀਡ ਕਰਨਾ ਹੈ, ਪਾਸਪੋਰਟ ਸਬਮਿਟ ਕਰਵਾਉਣਾ ਹੈ। ਹੁਣ ਇਹਦੇ ਅਰਾਊਂਡ 2-3 ਬਹੁਤ ਇੰਪੋਰਟੈਂਟ ਚੀਜ਼ਾਂ ਹੈ ਜੋ ਕਿ ਸਮਝਣ ਦੀ ਲੋੜ ਹੈ। ਬਾਇਓਮੈਟ੍ਰਿਕ ਕਿੱਦਾਂ ਸਕੇਡਿਊਲ ਕੀਤੀ ਜਾ ਸਕਦੀ ਹੈ। ਹੁਣ ਤੁਸੀਂ ਇੱਕ ਇਹ ਵੀ ਚੀਜ਼ ਸਮਝ ਕੇ ਰੱਖਣਾ ਕਿ ਤੁਹਾਡੇ ਤੋਂ ਵੱਖਰੇ ਏਜੰਟ ਪੈਸੇ ਮੰਗਣਗੇ। ਦੇਖ ਬਈ ਵੈਸੇ ਤਾਂ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਮਿਲਦੀ ਨਹੀਂ ਪਈ, ਵੀਜ਼ਾ ਐਪਲੀਕੇਸ਼ਨ ਸੈਂਟਰ ਤੋਂ ਅਪਾਇੰਟਮੈਂਟ ਮਿਲਦੀ ਨਹੀਂ ਪਈ, ਤੂੰ ਇੱਕ ਕੰਮ ਕਰ ਸਾਨੂੰ 25,000 ਰੁਪਏ ਦੇ ਦੇ, 10,000 ਰੁਪਏ ਦੇ ਦੇ, 50,000 ਰੁਪਏ ਦੇ ਦੇ, ਆਪਾਂ ਤੈਨੂੰ ਅਪਾਇੰਟਮੈਂਟ ਦਵਾ ਦਿੰਦੇ ਆ। ਜਨਵਰੀ ਇਨਟੇਕ ਸਿਰ ਤੇ ਖੜਾ, ਪੈਸੇ ਕਢਵਾ, ਪੈਸੇ ਦੇ, ਤੈਨੂੰ ਅਪਾਇੰਟਮੈਂਟ ਆਪਾਂ ਲੈ ਦਿੰਦੇ ਆ। ਇੱਦਾਂ ਦੀਆਂ ਗੱਲਾਂ ਤੁਹਾਨੂੰ ਏਜੰਟ ਕਹਿਣਗੇ। ਹੱਥ ਜੋੜ ਬੇਨਤੀ ਹੈ, ਪਲੀਜ਼ ਇੱਦਾਂ ਦੇ ਫਰਾਡ ਟਰੈਪ ਵਿੱਚ ਨਾ ਆਣਾ, ਇੱਦਾਂ ਦੇ ਹਨੀ ਟਰੈਪ ਵਿੱਚ ਨਾ ਆਣਾ। ਅਲਟੀਮੇਟਲੀ ਅਪਾਇੰਟਮੈਂਟਸ ਤੁਹਾਨੂੰ ਐਮਬੈਸੀ ਦੇ ਥਰੂ ਹੀ ਲੈਣੀ ਪੈਣੀ ਹੈ, VFS ਦੇ ਥਰੂ ਹੀ ਲੈਣੀਆਂ ਪੈਣੀਆਂ। ਤੁਸੀਂ ਅਪਾਇੰਟਮੈਂਟ ਕੋਈ ਵੀ ਜੁਗਾੜ ਕਰਕੇ ਅਪਾਇੰਟਮੈਂਟ ਤੁਹਾਨੂੰ ਨਹੀਂ ਦਵਾ ਸਕਦਾ। ਸੋ ਬਹੁਤ ਕਲੀਅਰ ਹੈ, ਐਨੀਬਡੀ ਹੂ ਟੈਲਸ ਯੂ that give me some money and I'll get you an appointment, he is giving you a misleading and a wrong information. Please report that to embassy, please report that to IRCC. It is very, very important to stand against wrong and report all such things. Nobody can get you appointment except VFS. You have to go through that channel and nobody would have any setting with anybody to get you an appointment. So do not waste your money if somebody tells you I will get you an appointment. Nobody can get you an appointment except you yourself or your agent who's going to be filling up a form to schedule an appointment. ਹੁਣ ਉਹ schedule ਕਿੱਦਾਂ ਕਰਨੀ ਹੈ appointment, ਉਹਦੇ ਬਾਰੇ ਵੀ emails ਆ ਰਹੀਆਂ, ਦੱਸਿਆ ਵੀ ਗਿਆ ਹੈ।
ਉਹਦੇ ਵਿੱਚ ਇਹ ਬੜੀ ਕਲੀਅਰਲੀ ਕਹਿ ਰਹੇ ਹੈ ਕਿ ਤੁਹਾਨੂੰ ਇੱਕ BIL ਨੰਬਰ ਆਏਗਾ, ਇੱਕ ਯੂਨੀਕ BIL ਨੰਬਰ ਆਏ, you have received a unique BIL directly from IRCC and you have applied IRCC as part of family class of student. ਸੋ ਜੇ ਤੁਸੀਂ ਐਮਬੈਸੀ ਦੇ ਵਿੱਚ ਫਾਈਲ ਲਗਾਈ ਹੋਈ ਹੈ ਔਰ ਤੁਹਾਨੂੰ BIL ਆਇਆ ਹੈ, ਤੁਸੀਂ ਬਾਇਓਮੈਟ੍ਰਿਕ ਅਪਾਇੰਟਮੈਂਟ ਸਕੇਡਿਊਲ ਕਰ ਸਕਦੇ ਹੋ। ਬਾਇਓਮੈਟ੍ਰਿਕ ਅਪਾਇੰਟਮੈਂਟ ਸਕੇਡਿਊਲ ਕਰਨ ਦੇ ਲਈ it is very very important that the process should be followed. Process ਕੀ ਹੈ ਕਿ ਤੁਸੀਂ ਇੱਕ ਵੈਬ ਫਾਰਮ ਭਰਨਾ ਹੁੰਦਾ ਹੈ, ਉਹਦੇ ਵਿੱਚ once you have to fill up a web form, ਉਹਦੇ ਵਿੱਚ ਚੀਜ਼ਾਂ ਆਉਂਦੀਆਂ ਕਿ ਤੁਸੀਂ ਵੀਜ਼ਾ ਐਪਲੀਕੇਸ਼ਨ ਸੈਂਟਰ ਕਿਹੜਾ ਚੂਜ਼ ਕਰਨਾ ਚਾਹੁੰਦੇ ਹੋ, ਨੰਬਰ ਆਫ ਐਪਲੀਕੈਂਟਸ ਕਿੰਨੇ ਹੈ, BIL ਨੰਬਰ ਕੀ ਹੈ। BIL ਨੰਬਰ ਕੀ ਹੁੰਦਾ ਹੈ? BIL ਇਜ਼ ਅ ਯੂਨੀਕ ਨੰਬਰ ਜੋ ਤੁਹਾਨੂੰ ਤੁਹਾਡੀ ਜਦੋਂ ਫਾਈਲ ਤੁਸੀਂ ਲਗਾ ਦਿੰਦੇ ਹੋ ਉਹਦੇ ਨਾਲ ਜਿਹੜਾ ਤੁਹਾਨੂੰ ਆਂਦਾ ਹੈ। So ਇੱਕ ਬਹੁਤ important ਹੈ। These are the 3 things that you will have to fill while scheduling an appointment. So do not fall into the trap ਕਿ ਆਪਾਂ ਤੁਹਾਨੂੰ ਅਪਾਇੰਟਮੈਂਟ ਲੈ ਦਿੰਦੇ ਪੈਸੇ ਦਿਓ। ਜੇ ਏਜੰਟ ਨੇ ਤੁਹਾਡੀ ਫਾਈਲ ਫੜੀ ਹੈ ਤੇ ਅਪਾਇੰਟਮੈਂਟ ਫ੍ਰੀ ਆਫ ਕਾਸਟ ਦਿਵਾਣਾ ਉਹਦਾ ਫਰਜ਼ ਹੈ, ਨਹੀਂ ਤਾਂ ਤੁਸੀਂ ਡਾਇਰੈਕਟਲੀ ਵੀ ਅਪਾਇੰਟਮੈਂਟ ਲੈ ਸਕਦੇ ਹੋ। VFS ਦੀ ਸਾਈਟ ਤੇ ਵੀ ਅਪਾਇੰਟਮੈਂਟ ਕਿੱਦਾਂ ਬੁੱਕ ਕੀਤੀ ਜਾਵੇ ਉਹ ਵੀ ਹੈਗਾ, ਨਹੀਂ ਤਾਂ ਤੁਸੀਂ ਗੂਗਲ ਵੀ ਅਗਰ ਕਰੋਗੇ ਹਾਊ ਟੂ ਬੁੱਕ ਐਨ ਅਪਾਇੰਟਮੈਂਟ with VFS Canada or with Canada for study visa, still you will be able to get that piece of information. So don't fall into the trap, and do not spend money. So that is one very important information. ਇਹਦੇ ਬਾਰੇ ਵਧੇਰੀ ਜਾਣਕਾਰੀ ਚਾਹੁੰਦੇ ਹੋ ਤੇ Pyramid E-Services ਦੀ ਵੈਬਸਾਈਟ ਜੋ ਕਿ pyramidvisa.com ਉੱਥੇ ਵੀ ਅਵੇਲੇਬਲ ਹੈ। ਪਿਰਾਮਿਡ ਦੀ ਫੇਸਬੁੱਕ ਪੇਜ ਤੇ ਵੀ ਹੈ ਇਨਫੋਰਮੇਸ਼ਨ ਅਵੇਲੇਬਲ ਹੈ ਵਿਚ ਇਜ਼ Pyramid E-Services Official। ਤੁਸੀਂ ਆਪਣੇ ਫੇਸਬੁੱਕ ਪੇਜ ਤੇ ਲੌਗਇਨ ਕਰਕੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰ ਸਕਦੇ ਹੋ, YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਯੂ ਕੈਨ ਵਾਚ entire demos of how to schedule an appointment and how to actually apply for your passport when you've requested a 2-stage courier process and all of that. So गुड न्यूज़ सो गुड न्यूज़ आर कमिंग आ वे कि वीज़ा एप्लीकेशन सेंटर्स हुण खुल चुके हैं। 2 दसंबर तो तुसी अपनी जाके बायोमैट्रिक्स करवा सकते हो और बायोमैट्रिक्स के बेस से तुहानू पासपोर्ट रिक्वेस्ट जे वीज़ा लग जाता है तो पासपोर्ट रिक्वेस्ट आऊगी और तुसी अपनी फाइल जमा करवा के कैनेडा जा सकते हो। हुण जनवरी इनटेक दी जिथों तक गल आई है, जनवरी इनटेक इज़ ऑलमोस्ट ओवर। हार्डली 1-2 कॉलेजेस के कुछ प्रोग्राम्स अवेलेबल है रहणगे। जे तुहाडी ऑफर लैटर आई हुई है और तुसी सोच रहे सी कि फीस पे करा कि ना करा, तो आई थिंक हुण एक पॉजिटिव न्यूज़ आई है तो यू शुड मेक द फीस, you should pay the fees so that you can apply for January intake, क्योंकि ऑलरेडी 6-8 महीने वेस्ट हो चुके हैं। तो जनवरी विच जा सकते हो, फीस पे कर सकते हो, GIC पे कर सकते हो, तो जरूर पे करो ताकि टाइम सिर कैनेडा पहुंच के अपनी पढ़ाई शुरू कर सको। हुण तां पहुंच दी आपां गल करनी है, बट हैविंग सेड दैट मई और सितंबर इनटेक दी एडमिशनस भी ओपन हो चुकियां हुई हैं। टोरंटो, वैंकूवर, एल्बर्टा, सस्कैचुअन, क्यूबैक जिथे भी तुसी जाना चाहते हो। IELTS 6 5.5 नाल भी एडमिशन मिल रही है। SDS विच दे फाइल लगाना चाहते हो तो ओवरऑल 6 होने जरूरी है। पोस्ट ग्रैजुएट स्टूडेंट्स भी PG डिप्लोमास ਲਈ मास्टर्स डिग्री ਲਈ 6.5 और 7 ਬੈਂਡ ਨਾਲ ਅਪਲਾਈ ਕਰ ਸਕਦੇ ਹੈ। ਸੋ ਜਿੱਦਾਂ ਜਿੱਦਾਂ ਅੱਗੇ ਸਮਾਂ ਵੱਧਦਾ ਰਹੇਗਾ ਉਦਾਂ ਫੇਰ ਦੁਆਰ ਤੋਂ, ਕਿਉਂਕਿ ਹਜੇ ਵੀ ਬਹੁਤ ਸਾਰੇ ਬੱਚੇ ਹੈ ਜੋ ਲਾਈਨ 'ਚ ਲੱਗੇ ਹੋਏ ਸੀਗੇ ਐਡਮਿਸ਼ਨਸ ਲਈ ਪਰ ਵੇਟ ਕਰ ਰਹੇ ਸੀ ਕਿ ਜਦੋਂ VFS ਖੁੱਲਣਗੀਆਂ ਉਸ ਤੋਂ ਬਾਅਦ ਅਪਲਾਈ ਕਰਾਂਗੇ। ਹੁਣ ਇੱਕਦਮ ਉਹਨਾਂ ਦਾ ਰਸ਼ ਪੈ ਜਾਣਾ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ, ਜਿਸ ਕਰਕੇ ਸੀਟ ਮਿਲਣੀ ਮੁਸ਼ਕਿਲ ਹੋ ਸਕਦੀ ਹੈ। फाइलिंग की आप गल कर ली, हुण आप एडमिशन की गल कर रहे हैं। सीट मिलनी मुश्किल हो सकती है, एडमिशन और दाखला होना मुश्किल हो सकता है, क्योंकि जोड़े बच्चे पहले डिसीजन नहीं लै पा रहे सी कि अप्लाई करिए कि ना करिए, ऑफर आ गई है फीस तारीए कि ना तारीए। हुण ऑल ऑफ दो स्टूडेंट्स हैव नाउ स्टार्टेड मेकिंग एप्लीकेशन। ऑल ऑफ अ सडन इनकुआयरियां वध गई हैं, ऑल ऑफ अ सडन बच्चों की विजिट्स वध गई हैं, ऑल ऑफ अ सडन जोड़े रुके हुए सीगे उन्होंने फटाफट प्रोसैस करवाना शुरू करता है। सो जे तुसी आइलट्स दे चुके हो या आइलट्स तैयारी कर रहे हो तो भी तुसी आके अपना दाखला मई और सितंबर सैशन लिए बुक करवाओ, ताकि कैनेडा जाके अपने जोड़े पढ़ाई के सुपने जोड़े डिफर हो गए सी, टुटे नहीं सी, डिफर हो गए सी, हुण मुड़ पूरे होने शुरू हो गए है। हुण तुसी मुड़ कैनेडा पहुंच के पढ़ाई शुरू कर सकते हो। पढ़ाई चाहे ऑनलाइन होवे चाहे इन परसन होवे, बट पहुंचने लिए इन्होंने रस्ता वापस खोलता है कैनेडा दी सरकार ने, इमीग्रेशन कैनेडा ने, और इस चीज़ का फायदा सानू जरूर चकना चाहिए। जी सर, जिदा तुसीं दस्सिया कि ऑलरेडी एप्लीकेशन सेंटर्स खुल चुके हैं, बायोमैट्रिक की फैसिलिटी मिल रही है, पेरेंट्स का सवाल है कि बच्चों को ट्रैवल करना चाहिए या नहीं?
ਦੇਖੋ ਜਿਵੇਂ ਮੈਂ ਅੰਮ੍ਰਿਤਾ ਦੱਸਿਆ ਕਿ ਜਿਹੜੀ ਪੜ੍ਹਾਈ ਹੈ ਜਨਵਰੀ ਇਨਟੇਕ ਦੀ ਆਲਰੇਡੀ ਕਾਲਜਸ ਔਰ ਯੂਨੀਵਰਸਿਟੀਜ਼ ਐਲਾਨ ਕਰ ਚੁੱਕੇ ਹੈ ਕਿ ਆਨਲਾਈਨ ਕਰਵਾ ਰਹੇ ਆ। ਹੁਣ ਇਹ ਮਾਪਿਆਂ ਉੱਪਰ ਹੈ ਕਿ ਹਾਂ ਵੀ ਜੇ ਬੱਚਿਆਂ ਨੂੰ ਸਿਰਫ ਉੱਥੇ ਪਹੁੰਚਾਉਣਾ ਹੀ ਮਕਸਦ ਸੀ ਫਿਰ ਤਾਂ ਭੇਜ ਦਿਓ, ਪੜ੍ਹਾਈ ਤਾਂ ਉੱਥੇ ਜਾ ਕੇ ਵੀ ਆਨਲਾਈਨ ਕਰਨੀ ਪਏਗੀ। ਜੇ ਬੱਚਿਆਂ ਨੂੰ ਮਕਸਦ ਇੱਕ ਅੱਛੀ ਤਾਲੀਮ ਦੇਣ ਦਾ ਸੀ ਤੇ ਇੰਡੀਆ ਵਿੱਚ ਬੈਠ ਕੇ ਤੁਸੀਂ ਆਨਲਾਈਨ ਜੇ ਪੜ੍ਹਾਈ ਕਰ ਰਹੇ ਹੋ ਤੇ ਨਾਲ ਦੀ ਨਾਲ ਤੁਸੀਂ ਹੈਲਪ ਵੀ ਲੈ ਸਕਦੇ ਹੋ ਇਨ ਫਾਰਮ ਆਫ ਟਿਊਸ਼ਨਸ, ਇਨ ਫਾਰਮ ਆਫ ਅਸਿਸਟੈਂਸ ਫਰਮ ਯਰ ਫਰੈਂਡਸ ਐਂਡ ਫੈਮਲੀਜ਼, ਤੇ ਉਹਦੇ ਨਾਲ ਤੁਹਾਡੇ ਸਕੋਰ ਵਧੀਆ ਆ ਸਕਦੇ ਆ। ਔਰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਉਸ ਮੁਲਕ ਵਿੱਚ ਵਾਪਸ ਦੁਬਾਰ ਤੋਂ ਲਾਕਡਾਊਨ ਲੱਗਣਾ ਸ਼ੁਰੂ ਹੋਇਆ ਹੈ। ਟੋਰਾਂਟੋ 'ਚ रिस्ट्रिक्शंस वापस इंपोज हो गई हैं, BC विच रिस्ट्रिक्शंस वापस इंपोज हो गई हैं। तो जान नालों ज़्यादा जरूरी है ਇੱਥੇ ਬੈਠ ਕੇ ਪੜ੍ਹਾਈ ਕਰਨਾ। ਜਦੋਂ ਇੱਕ ਵਾਰੀ ਮਾਹੌਲ ਖੁੱਲਣਾ ਸ਼ੁਰੂ ਹੋਊਗਾ ਉਸ ਤੋਂ ਬਾਅਦ ਭੇਜ ਵੀ ਦੇਣਾ, ਕਿਉਂਕਿ ਜੇ ਇੱਕ ਵਾਰੀ ਪਾਸਪੋਰਟ ਸਟੈਂਪ ਹੋ ਗਿਆ ਤਾਂ ਫਿਰ ਤੁਹਾਡੇ ਹੱਥ ਹੈ, ਜਦੋਂ ਮਰਜ਼ੀ ਭੇਜ ਦਿਓ। ਬਟ ਮਾਈ ਸੁਜੈਸ਼ਨ ਇਜ਼ ਕਿ ਜੇ ਆਨਲਾਈਨ ਪੜ੍ਹਾਈ ਕੰਟੀਨਿਊ ਕਰਵਾਉਂਦੇ ਰਹੋਗੇ ਅਨਲੈਸ ਅੰਟਿਲ ਵੀਜ਼ੇ ਦੀ ਵੈਲਿਡਿਟੀ ਨਾ ਖਤਮ ਹੋਵੇ, ਪਾਸਪੋਰਟ ਦੀ ਵੈਲਿਡਿਟੀ ਖਤਮ ਨਾ ਹੋਵੇ, ਫਿਰ ਤਾਂ ਭੇਜ ਹੀ ਦੇਣਾ ਚਾਹੀਦਾ। ਜੇ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਮੇਰੇ ਖਿਆਲ ਹਜੇ ਆਨਲਾਈਨ ਅਗਰ ਪੜ੍ਹਾਈ ਜਾਰੀ ਰੱਖੋਗੇ ਤੇ ਜਦੋਂ ਫਰਵਰੀ ਮਾਰਚ ਅਪ੍ਰੈਲ ਤੱਕ ਥੋੜਾ ਜਿਹਾ ਮੌਸਮ ਠੀਕ ਹੋਊਗਾ, ਸਿਸਟਮ ਖੁੱਲੂਗਾ, ਕੋਰੋਨਾ ਦਾ ਕਹਿਰ ਘਟੂਗਾ, ਉਦੋਂ ਭੇਜ ਵੀ ਦੇਣਾ। ਜੀ ਸਰ, ਜਿੱਦਾਂ ਤੁਸੀਂ ਦੱਸਿਆ ਕਿ ਆਲਰੇਡੀ ਰਸ਼ ਬਹੁਤ ਜ਼ਿਆਦਾ ਹੋ ਗਿਆ ਜਿਹੜੇ ਨਵੇਂ ਐਪਲੀਕੈਂਟਸ ਨੇ, ਪਰ ਲਾਕਡਾਊਨ ਵਿੱਚ ਕਈ ਬੱਚਿਆਂ ਦੇ ਰਿਫਿਊਜ਼ਲਸ ਵੀ ਆਏ, ਉਹ ਕੀ ਕਰਨ? ਦੇਖੋ ਅਗੇਨ ਜੇ ਆਪਾਂ ਇਹ ਸੋਚਦੇ ਹਾਂ ਕਿ ਹੁਣ ਤਾਂ ਕੰਮ ਬਹੁਤ ਜ਼ਿਆਦਾ ਖੁੱਲ ਜੂਗਾ, ਇੱਕ ਅਨਾਉਂਸਮੈਂਟ ਆਈ ਸੀ 1.2 ਮਿਲੀਅਨ। ਦੇਖੋ 1.2 ਮਿਲੀਅਨ ਤਾਂ ਉਹਨਾਂ ਨੇ ਵੈਸੇ ਵੀ ਲੈਣੇ ਸੀ। ਫਰਕ ਹੈ ਕਿ ਪਹਿਲੇ 3 ਸਾਲਾਂ 'ਚ ਲੈਣੇ ਸੀ, ਹੁਣ 2020 'ਚ ਕੋਈ ਬੱਚਾ ਜਾ ਨਹੀਂ ਪਾਇਆ, PRs ਹੋ ਨਹੀਂ ਪਾਈਆਂ ਤੇ ਉਹਨਾਂ ਨੇ 1.2 ਮਿਲੀਅਨ ਉਹ 2 ਸਾਲਾਂ ਦਾ ਅਨਾਉਂਸਮੈਂਟ ਕਰ ਦਿੱਤਾ। ਸੋ ਇਹਦੇ ਵਿੱਚ ਕੋਈ ਲੰਬੀ ਚੌੜੀ ਐਕਸਪੈਂਸ਼ਨ ਨਹੀਂ ਹੋਈ ਹੈ। ਇਸ ਲਈ ਆਪਾਂ ਇਹਦੇ ਲਈ ਜ਼ਿਆਦਾ ਓਵਰ ਕੌਨਫੀਡੈਂਟ ਨਾ ਹੋ ਜਾਈਏ ਕਿ ਜੀ ਕੋਈ ਗੱਲ ਨਹੀਂ, ਜੇ 6 5.5 ਆ ਗਏ ਆ, 2 'ਚ 5.5 ਆ ਗਏ ਆ ਤੇ ਆਪਾਂ ਫਾਈਲ ਲਾ ਦਈਏ, ਵੀਜ਼ਾ ਤਾਂ ਲੱਗ ਹੀ ਜਾਣਾ ਹੈ। ਮਤਲਬ ਜੇ ਇੰਪਰੂਵ ਕਰ ਸਕਦੇ ਆ ਤੇ ਜ਼ਰੂਰ ਕਰੀਏ। SDS ਜੇ ਫਾਈਲ ਲਾ ਸਕਦੇ ਆ ਤੇ ਜ਼ਰੂਰ ਲਾਈਏ, ਕਿਉਂਕਿ ਨੰਬਰ ਤਾਂ ਜਿਹੜੇ ਆਣੇ ਸੀ ਉਹ ਆ ਗਏ ਆ। ਹਾਂ, ਹੁਣ ਬੈਂਡ ਵਿੱਚ ਜੇ ਆਪਾਂ ਇੰਪਰੂਵਮੈਂਟ ਕਰਕੇ ਆਪਣੀ ਫਾਈਲ ਸਟਰੋਂਗ ਕਰ ਸਕਦੇ ਆ ਤੇ ਵਾਈ ਨਾਟ। ਬਟ ਹੈਵਿੰਗ ਸੈਡ ਦੈਟ 6 5.5 ਨਾਲ ਵੀ ਵੀਜ਼ਾ ਆ ਰਿਹਾ ਹੈ। ਇਸ ਵੇਲੇ ਜੋ ਮੈਂ ਦੇਖ ਰਿਹਾ ਅਰਾਊਂਡ 65 ਤੋਂ 70% ਅਪਰੂਵਲ ਰੇਟ ਹੈ 6 5.5 ਦਾ 65%, ਹਾਂ, ਔਰ 65 to 70% ਔਰ 80 to 85% ਅਪਰੂਵਲ ਰੇਟ ਹੈ SDS ਦਾ। ਸੋ ਲਗਭਗ 15 ਤੋਂ 20% ਦਾ ਫਰਕ ਹੈ। ਸੋ ਜੇ ਇੱਕ ਵਾਰੀ ਬੈਂਡ ਹੋਰ ਦੇ ਕੇ, ਟੈਸਟ ਹੋਰ ਦੇ ਕੇ ਜੇ 20% ਦਾ ਫਰਕ ਪੈਂਦਾ ਹੈ ਤੇ ਕਿਉਂ ਨਾ ਆਪਾਂ ਆਪਣੇ ਵੀਜ਼ੇ ਦੀ ਪ੍ਰੋਬੇਬਿਲਿਟੀ, ਵੀਜ਼ੇ ਦੇ ਚਾਂਸ 20% ਵਧਾ ਲਈਏ। ਜੇ ਨਹੀਂ ਹੁੰਦਾ, ਹੱਥ ਹੀ ਖੜੇ ਹੈ, ਫਿਰ ਤੇ ਆਈ ਥਿੰਕ ਕੋਈ ਹਾਰਮ ਨਹੀਂ ਹੈ। ਸਰਕਾਰੀ ਕਾਲਜ ਵੀ ਮਈ ਔਰ ਸਪਟੈਂਬਰ ਸੈਸ਼ਨ ਲਈ 6 5.5 ਬੈਂਡ ਤੇ ਦਾਖਲਾ ਦੇ ਰਹੇ ਹੈ। ਕੋਵਿਡ ਨੂੰ ਮੁੱਖ ਰੱਖਦੇ ਹੋਏ ਪਿਰਾਮਿਡ ਨੇ ਵੀ ਆਪਣੇ ਕੰਪਨੀ ਦੇ ਸਰਵਿਸ ਚਾਰजेस ਬਹੁਤ ਵੱਡੇ ਲੈਵਲ ਤੇ ਆਲਮੋਸਟ ਫ੍ਰੀ ਕਰ ਦਿੱਤੇ ਆ। ਸੋ ਤੁਸੀਂ ਪਿਰਾਮਿਡ ਤੋਂ ਆ ਕੇ ਸਲਾਹ ਤਾਂ ਮੁਫਤ ਲੈ ਹੀ ਸਕਦੇ ਹੋ, ਹੁਣ ਅਪਲਾਈ ਵੀ ਕਰ ਸਕਦੇ ਹੋ। ਹਾਂ, ਮਤਲਬ ਜੇ ਹੋਏਗੀ ਵੀ ਤਾਂ ਬੜੀ ਨੋਮੀਨਲ ਫੀਸ ਹੈ, ਤਾਂ ਕਿ ਤੁਹਾਡੀ ਇੱਕ ਕਮਿਟਮੈਂਟ ਪਤਾ ਲੱਗ ਜਾਵੇ। ਸਾਡੇ ਵੱਲ ਇਹ ਨਹੀਂ ਕਿ ਪਿਰਾਮਿਡ ਵੀ ਲਾਤੀ, ਉਧਰ ਵੀ ਲਾਤੀ, ਮਾਮੇ ਭਾਂਜੇ ਵੱਲ ਵੀ ਲਾਤੀ, ਭੂਆ ਬੱਚਿਆਂ ਵੱਲ ਵੀ ਲਾਤੀ। ਜੇ ਉਹਨਾਂ ਨੇ ਆਪਣੇ ਸੈਂਟਰ ਖੋਲ੍ਹੇ, ਅੱਜ ਕੱਲ੍ਹ ਹਰ ਇੱਕ ਇਸ ਵੇਲੇ ਆਪਣੇ ਆਪ ਨੂੰ ਕਹਿੰਦਾ ਕਹਿਲਾਂਦਾ ਏਜੰਟ ਕਹਿੰਦਾ ਹੈ ਪੰਜਾਬ ਵਿੱਚ, ਹਿੰਦੁਸਤਾਨ ਵਿੱਚ, ਤੇ ਬਟ ਇਹਦੇ ਬਾਰੇ ਬਿਵੇਅਰ ਤੁਸੀਂ ਹੋਣਾ ਕਿ ਕੌਣ ਨੌਲੇਜੇਬਲ ਹੈ, ਕਿਹਦੇ ਡਾਇਰੈਕਟ ਯੂਨੀਵਰਸਿਟੀ ਕੰਟਰੈਕਟਸ ਹੈ, ਕਿਹਨੂੰ ਤਜਰਬਾ ਹੈ ਮਾੜੀ ਫਾਈਲ ਨੂੰ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕਰਕੇ ਵੀਜ਼ਾ ਲੈਣ ਦਾ, ਕਿਹਨੂੰ ਤਜਰਬਾ ਹੈ ਚੰਗੇ ਕੇਸ ਨੂੰ ਅੱਛੇ ਕਾਲਜ ਔਰ ਯੂਨੀਵਰਸਿਟੀ ਵਿੱਚ ਇੱਕ ਚੰਗੀ ਪੜ੍ਹਾਈ ਦਿਵਾ ਕੇ ਅੱਗੇ ਫਰਦਰ ਇੱਕ ਅੱਛਾ ਕਰੀਅਰ ਦੇਣ ਦਾ। ਹੁਣ ਅੱਜ ਮੁੱਦਾ ਸਿਰਫ ਪਹੁੰਚਣ ਦਾ ਨਹੀਂ ਰਹਿ ਗਿਆ ਅੰਮ੍ਰਿਤਾ, ਅੱਜ ਮੁੱਦਾ ਰਹਿ ਗਿਆ ਪਹੁੰਚ ਕੇ ਕਾਮਯਾਬ ਹੋਣ ਦਾ। ਜੇ ਹਜੇ ਵੀ ਸਿਰਫ ਇਹ ਸੋਚ ਨਾਲ ਚੱਲਾਂਗੇ ਕਿ ਸਿਰਫ ਪਹੁੰਚਾ ਦਿਓ, ਸਿਰਫ ਸਾਨੂੰ ਕੈਨੇਡਾ ਸੁੱਟ ਦਿਓ, ਬਾਕੀ ਬਾਅਦ ਚੋਂ ਦੇਖੀ ਜਾਊਗਾ, ਉਹ ਬਹੁਤ ਆਉਣ ਵਾਲਾ ਸਮਾਂ ਉਹਨਾਂ ਬੱਚਿਆਂ ਲਈ ਬਹੁਤ ਮੁਸ਼ਕਿਲ ਹੋਏਗਾ। ਹੁਣ ਸੁੱਟਣ ਵਾਲਾ ਕੰਮ ਨਹੀਂ ਚੱਲਣਾ, ਹੁਣ ਤੇ ਜੇ ਪਲੈਨਿੰਗ ਕਰਕੇ ਚੱਲੂਗੇ ਪਹੁੰਚਣ ਵਾਲਾ ਕੰਮ ਨਹੀਂ ਚੱਲਣਾ। ਹੁਣ ਜੇ ਪਲੈਨਿੰਗ ਕਰਕੇ ਚੱਲੂਗੇ, ਕਰੀਅਰ ਪਲੈਨਿੰਗ ਕਰਕੇ ਚੱਲੂਗੇ ਤੇ ਜ਼ਿਆਦਾ ਕਾਮਯਾਬ ਹੋ ਪਾਉਂਗੇ ਐਜ਼ ਕੰਪੇਅਰ ਟੂ ਅਨਪਲੈਨਡ ਵੇ। ਸੋ ਅਜਿਹਾ ਕੋਰਸ ਲਵੋ ਜਿਹਦੇ ਬਾਅਦ ਚੋਂ ਕਰੀਅਰ ਓਪਰਚੁਨਿਟੀਜ਼ ਵੀ ਹੋਣ, ਚੰਗੀ ਨੌਕਰੀਆਂ ਮਿਲ ਸਕਣ, ਬਹੁਤ ਜੌਬਸ ਖੁੱਲਣੀ ਹੈ। 2021-22 ਮੈਂ ਤੁਹਾਨੂੰ ਅੱਜ ਦੱਸ ਰਿਹਾ ਹਾਂ, ਬਹੁਤ ਐਵਨਿਊਜ਼ ਓਪਨ ਅਪ ਹੋਣੇ ਹੈ, ਬਹੁਤ ਨਵੀਆਂ ਓਪਰਚੁਨਿਟੀਜ਼ ਨਵੀਆਂ ਖੁੱਲਣੀਆਂ ਹੈ ਬੱਚਿਆਂ ਲਈ।
ਪਰਮਨੈਂਟ ਰੈਜ਼ੀਡੈਂਸ ਲਈ। ਬਟ ਅਗੇਨ ਉਹਦੀ ਤਿਆਰੀ ਤਾਂ ਆਪਾਂ ਅੱਜ ਤੋਂ ਹੀ ਸ਼ੁਰੂ ਕਰਨੀ ਹੈ। ਔਰ ਤਿਆਰੀ ਕਿੱਦਾਂ ਸ਼ੁਰੂ ਹੋਊਗੀ? ਪਿਰਾਮਿਡ ਈ ਸਰਵਿਸਿਜ਼ ਦੇ ਵੱਖਰੇ ਵੱਖਰੇ ਜਲੰਧਰ, ਲੁਧਿਆਣਾ, ਮੋਗਾ, ਚੰਡੀਗੜ੍ਹ, ਪਟਿਆਲਾ, ਪਠਾਨਕੋਟ, ਬਠਿੰਡਾ, ਦਿੱਲੀ, ਕੋਚੀ, ਇਹਨਾਂ ਜਗ੍ਹਾ ਤੇ ਜਾ ਕੇ ਇੱਕ ਸਹੀ ਸੱਜੀ ਸੁਥਰੀ ਕਾਉਂਸਲਿੰਗ ਲੈ ਕੇ, ਸਹੀ ਸੱਜੇ ਸੁਥਰੇ ਕਾਲਜ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ, ਸਹੀ ਸੱਜੇ ਸੁਥਰੇ ਕੋਰਸ ਵਿੱਚ ਦਾਖਲਾ ਲੈ ਕੇ ਇੱਕ ਚੰਗੀ ਸ਼ੁਰੂਆਤ ਕਰਨ ਨਾਲ ਹੀ ਆਪਾਂ ਸਹੀ ਰਸਤੇ ਪਵਾਂਗੇ ਔਰ ਉਸ ਤੋਂ ਬਾਅਦ ਆਪਾਂ ਇੱਕ ਅੱਛੇ ਭਵਿੱਖ ਦੀ ਕਾਮਨਾ ਕਰ ਸਕਦੇ ਹਾਂ। ਜੀ ਸਰ, ਇਹ ਤਾਂ ਗੱਲ ਹੋ ਗਈ ਕੈਨੇਡਾ ਦੀ। ਜੇ ਅਸੀਂ ਗੱਲ ਕਰੀਏ ਬਾਕੀ ਹੋਰ ਕੰਟਰੀਜ਼, ਯੂਕੇ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਉਹਨਾਂ ਦਾ ਕੀ ਸਿਚੁਏਸ਼ਨ ਇਸ ਟਾਈਮ? ਸੋ ਯੂਕੇ ਦਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ, ਵੀਜ਼ਾਜ਼ ਆ ਰਹੇ ਹੈ ਯੂਕੇ ਦੇ। ਯੂਕੇ ਦਾ ਅੱਗੇ ਫਰਦਰ ਯੂਕੇ ਨੇ ਜਿੱਦਾਂ ਪੋਸਟ ਸਟੱਡੀ ਵਰਕ ਵੀਜ਼ਾ ਤਾਂ ਖੋਲ੍ਹ ਹੀ ਦਿੱਤਾ ਸੀ, ਉਹਦਾ ਤਾਂ ਬੈਨੀਫਿਟ ਮਿਲ ਹੀ ਰਿਹਾ ਹੈ। ਬਟ ਹੁਣ ਹੌਲੀ ਹੌਲੀ ਯੂਨੀਵਰਸਿਟੀਜ਼ ਔਰ ਕਾਲਜਿਸ ਵਿਦਆਊਟ ਆਈਲੈਟਸ ਤੋਂ ਆਈਲੈਟਸ ਵੱਲ ਸਵਿਚ ਹੋ ਰਹੀਆਂ। ਹੌਲੀ ਹੌਲੀ ਜਿਹੜਾ ਗੈਪ 8-10 ਸਾਲ ਦਾ ਐਕਸੈਪਟ ਹੋ ਰਿਹਾ ਸੀ, ਉਹ 3 ਤੋਂ 4 ਸਾਲ ਤੱਕ ਰਿਸਟ੍ਰਿਕਟ ਹੋ ਰਿਹਾ ਹੈ। ਔਰ ਸੋ ਇਹਦੇ ਨਾਲ ਆਪਾਂ ਆਪਣੇ ਆਪ ਨੂੰ ਹੁਣ ਅਡੈਪਟ ਕਰਾਂਗੇ। ਆਈਲੈਟਸ ਦੇ ਕੇ ਜੇ ਤੁਸੀਂ ਯੂਕੇ ਵਿੱਚ ਫਾਈਲ ਲਗਾਉਂਦੇ ਹੋ 6-5.5 ਬੈਂਡ ਤੇ, ਕਿਸੇ ਵੀ ਸਿਟੀ ਲਈ, ਲੰਡਨ, ਬਰਮਿੰਗਮ, ਕਿਤੇ ਵੀ ਜਾਣਾ ਚਾਹੁੰਦੇ ਹੋ, ਇਟ ਇਜ਼ ਵੈਰੀ ਮਚ ਪੋਸੀਬਲ। ਪਿਰਾਮਿਡ ਈ ਸਰਵਿਸਿਜ਼ ਯੂਕੇ ਦੇ ਵੀ ਕੋਈ ਚਾਰजेस ਨਹੀਂ ਲੈ ਰਿਹਾ। ਜੇ ਤੁਸੀਂ ਕਿਸੇ ਬਾਹਰ ਜਾ ਕੇ ਐਵੇਂ 20-25 ਹਜ਼ਾਰ ਰੁਪਈਆ ਖਰਾਬ ਕਰਨ ਦੀ ਬਜਾਏ, ਜਿਨ੍ਹਾਂ ਨੂੰ ਐਕਸਪਰਟਿਜ਼ ਹੀ ਕੋਈ ਨਹੀਂ ਹੈਗੀ, ਇਹ ਤੋਂ ਬਜਾਏ ਪਿਰਾਮਿਡ ਕੋਲ ਆਓ। ਆਪਾਂ ਬਸ ਇੱਕ ਟੋਕਨ ਮਨੀ ਰਜਿਸਟ੍ਰੇਸ਼ਨ ਫੀਸ we are going to charge a very nominal amount, in hundreds only, and then that to show a commitment, and you can apply for free for UK and choose as many universities, ਜਿੰਨੀਆਂ ਵੀ universities colleges ਵਿੱਚ apply ਕਰਨਾ ਚਾਹੁੰਦੇ UK ਲਈ, ਆਓ ਆਪਾਂ apply ਕਰਵਾਵਾਂਗੇ। ਔਰ ਨਾ ਹੀ ਸਿਰਫ ਪੂਰੀ ਐਪਲੀਕੇਸ਼ਨ ਪ੍ਰੋਸੈਸ ਵਿੱਚ ਤੁਹਾਡੀ ਮਦਦ ਕਰਾਂਗੇ, ਪਰ ਜਿੱਥੇ ਜਿੱਥੇ ਤੁਹਾਡਾ ਹੱਥ ਰੁਕੂਗਾ, ਫॉर ਐਗਜ਼ਾਮਪਲ ਕੋਈ SOPs ਵਿੱਚ ਤੁਹਾਨੂੰ ਮਦਦ ਚਾਹੀਦੀ ਹੈ, we can help you in building up a very good resume, a statement of purpose, ਤਾਂ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਮੂਵ ਕਰਦੀ ਰਵੇ, ਰੁਕੇ ਨਾ, ਤੁਹਾਡੀ ਆਫਰ ਨਾ ਰੁਕੇ, ਤੁਹਾਡਾ ਕੈਸ਼ ਨਾ ਰੁਕੇ, ਇਹ ਚੀਜ਼ਾਂ ਤੁਹਾਡੀਆਂ ਨਾ ਰੁਕਣ। ਸੋ UK ਜੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੇ ਪਿਰਾਮਿਡ ਈ ਸਰਵਿਸਿਜ਼ ਤੋਂ ਵਧੀਆ ਕੰਸਲਟੈਂਟ ਪੰਜਾਬ 'ਚ ਤੁਹਾਨੂੰ ਨਹੀਂ ਮਿਲ ਸਕਦਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਤੁਸੀਂ ਆਓ UK ਔਰ ਕੈਨੇਡਾ ਔਰ ਜਰਮਨੀ ਲਈ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰੋ। ਪਿਰਾਮਿਡ ਈ ਸਰਵਿਸਿਜ਼ ਨਾ ਹੀ ਸਿਰਫ ਪੰਜਾਬ ਸਰਕਾਰ ਵੱਲੋਂ ਬਲਕਿ ਭਾਰਤ ਸਰਕਾਰ ਵੱਲੋਂ ਵੀ ਮਨਜ਼ੂਰ ਸ਼ੁਦਾ ਕੰਸਲਟੈਂਟ ਹੈ। ਪੰਜਾਬ ਵਿੱਚ ਗਿਣਤੀ ਦੇ ਗਿਣੇ ਚੁਣੇ 2-4 ਬੰਦੇ ਹੋਣਗੇ ਜਿਨ੍ਹਾਂ ਕੋਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਲਾਇਸੈਂਸ ਵੀ ਹੈ। ਸੋ ਯੂ ਕੈਨ ਟਰਸਟ ਔਨ ਅਸ ਐਜ਼ ਅ ਮੈਨੇਜਿੰਗ ਡਾਇਰੈਕਟਰ ਆਫ ਦ ਕੰਪਨੀ। ਆਈ ਕੈਨ ਅਸ਼ੋਰ ਯੂ ਕਿ ਤੁਹਾਡਾ ਪਿਰਾਮਿਡ ਵਿੱਚ ਐਕਸਪੀਰੀਅੰਸ ਠੀਕ ਰਹੇਗਾ। ਅਗਰ ਕੋਈ ਵੀ ਤਾਂ ਵੀ ਪ੍ਰੋਬਲਮ ਆਉਂਦੀ ਹੈ ਤਾਂ ਵੀ ਤੁਸੀਂ 92-563 ਤੇ ਕਾਲ ਕਰ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ। ਪਿਰਾਮਿਡ ਤੋਂ ਅਪਲਾਈ ਕੀਤਾ ਹੈ ਤੇ ਕਿਸੇ ਵੇਲੇ ਵੀ ਜਾਣਕਾਰੀ ਲਵੋ। 24 ਘੰਟੇ ਤੁਹਾਡੇ ਲਈ ਸਰਵਿਸਿਜ਼ ਓਪਨ ਹੈ। ਬਟ ਅਗਰ ਤੁਸੀਂ ਬਾਹਰੋਂ ਵੀ ਕਿਸੇ ਏਜੰਟ ਤੋਂ ਅਪਲਾਈ ਕੀਤਾ ਹੈ ਤਾਂ ਵੀ ਤੁਸੀਂ ਆ ਕੇ ਸਾਡੇ ਨਾਲ ਆਪਣਾ ਕੇਸ ਸਾਂਝਾ ਕਰ ਸਕਦੇ ਹੋ, ਐਡਵਾਈਸ ਲੈ ਸਕਦੇ ਹੋ। ਸੋ UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਹੁਣ ਤੇ US ਵੀ ਖੁੱਲ ਗਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਨਵੇਂ ਜਿਹੜੇ ਪ੍ਰੈਜ਼ੀਡੈਂਟ ਆਏ ਹੈ ਅਮਰੀਕਾ ਦੇ, ਮਿਸਟਰ ਜੋ ਬਾਈਡਨ, ਔਰ ਜਿਹੜੀ ਕਮੈਲਾ ਹੈਰਿਸ ਜੋ ਕਿ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਨਾਲ ਹੁਣ ਨਿਯੁਕਤ ਹੋਈ ਹੈ, ਆਈ ਹੋਪ ਕਿ ਉਹਨਾਂ ਦੀ ਜਿਹੜੀ ਪਾਲਿਸੀਜ਼ ਹੈ H1B ਵੀਜ਼ਾਜ਼ ਨੂੰ ਲੈ ਕੇ, ਸਟੂਡੈਂਟ ਵੀਜ਼ਾਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪੋਜ਼ਿਟਿਵ ਹੋਣਗੀਆਂ। ਔਰ ਇੰਡੀਅਨ ਬੱਚਿਆਂ ਨੂੰ, ਪੰਜਾਬ ਦੇ ਬੱਚਿਆਂ ਨੂੰ ਮੌਕਾ ਮਿਲੇਗਾ ਅਮਰੀਕਾ ਜਾ ਕੇ ਵੀ ਪੜ੍ਹਨ ਦਾ। ਸੋ ਤੁਸੀਂ ਇਹਨਾਂ ਸਾਰੀ ਕੰਟਰੀਜ਼ ਬਾਰੇ, ਐਜੂਕੇਸ਼ਨ ਸਿਸਟਮਸ ਬਾਰੇ ਸਾਡੇ ਤੋਂ ਗੱਲਬਾਤ ਕਰਕੇ ਅਪਲਾਈ ਵੀ ਕਰ ਸਕਦੇ ਹੋ। ਜੀ ਭਵਨੂਰ ਸਿੰਘ ਜੀ, ਸ਼ੋਅ ਵਿੱਚ ਆ ਕੇ ਸਾਨੂੰ ਗਾਈਡ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।